ज्यों जानो त्यों राख, हर प्रभ तेरा कीर्ति गणो असंख। अवगुण मेरिया जीता समुंद सागर, नीर भरिया तेते औगण हमारे। दया करो किश मेहर उपावो, डूब दे पत्थर तारे। दया करो किश मेहर उपावो, डूब दे पत्थर तारे। कोट ब्रह्मंडां दे मालक अंतरजामी सतगुरु श्री गुरु ग्रंथ साहिब जी दी मुकद्दस गोद विच हाजरीन गुरु प्यारी साध संगत जी, आओ सारी संगत गुर बख्शिश गुर फतेह दी सांझ करिए। प्यार नाल आखो जी वाहिगुरु जी का खालसा, वाहिगुरु जी की फतेह। साहिब श्री गुरु ग्रंथ साहिब महाराज जी ने मेहरामत करते हुए अमृत वेले तो तखत साहिब पर शोभायमान होकर दर्शन बख्शे हैं। अमृत बाणी दे नितनेम होए, श्री आसा जी की वार दी कीर्तन होए हैं। सतगुरु जी दी बख्शिश सदका प्राप्त होए उद्यम नाल आप संगतां ने गुरु चरनां विच हाजरियां लवाइयां हैं। हुण समा होया है सतगुरु जी दी बख्शिश अमृत वेले जो मुखवाक महाराज जी ने बख्शिया उस दी विचार दा। सो आओ सारी संगत बड़ी भावना दे नाल गुर शब्द विचार नाल जुड़ के समा ते स्वास सफल करन दा उपराला करिए। प्यार नाल आखो जी सतनाम श्री वाहिगुरु साहिब जी। तनासरी महला पंजवा, दीन दर्द निवार ठाकुर, राख जन की आप। तरन तारण हर निद, दुख न सकै व्याप। पंचम गुरुदेव साहिब पातशाह श्री गुरु अर्जन देव महाराज जी किरपा कर रहे हैं। धनासरी राग विच सुशोभित पावन अंग नंबर 675 ਅਤੇ 76 ਉੱਪਰ सुशोभित इस पवित्र बख्शिश नाल अज निवाजिश कर रहे हैं। रहाओ दे बोल हन साधु संग भजो गोपाल। आन संजम किश ना सूझै, एह जतन काट कल काल। गुरु अर्जन साहब सच्चे पातशाह जी महान उद्यम बख्शिश कर रहे हैं, प्रेरणा दे रहे ने। साधु संग भजो गोपाल, रब दे प्यारिਆਂ नाल मिल के
ਸੰਗਤ ਵਿੱਚ ਜੁੜ ਕੇ ਵਾਹਿਗੁਰੂ ਦੇ ਸਿਮਰਨ ਨੂੰ, ਵਾਹਿਗੁਰੂ ਦੀ ਯਾਦ ਨੂੰ ਦ੍ਰਿੜ ਕਰਨਾ ਚਾਹੀਦਾ ਹੈ। ਕਿਉਂਕਿ ਸੰਗਤ ਦਾ ਗੁਣ ਬਹੁਤ ਵੱਡਾ ਹੈ। ਆਪਾਂ ਰੋਜ਼ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਬੋਲ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੂਕੇ ਕਾਸ਼ਟ ਹਰਿਆ ਤੋਂ ਭਾਵ ਹੈ ਕਿ ਜਿਹੜਾ ਜੀਵਨ ਮੁਰਝਾ ਚੁੱਕਾ ਹੈ, ਜਿਸ ਜੀਵਨ ਵਿੱਚੋਂ ਨੇਕੀਆਂ ਸ਼ੁਭ ਗੁਣ ਸੁੱਕ ਚੁੱਕੇ ਹਨ, ਜੇਕਰ ਉਹ ਵੀ ਸੰਗਤ ਵਿੱਚ ਆਵੇ, ਸੰਗਤ ਨਾਲ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜੇ, ਨਾਮ ਦ੍ਰਿੜ ਕਰੇ, ਤਾਂ ਉਹਦੇ ਤੇ ਵੀ ਇਹ ਬਖਸ਼ਿਸ਼ ਹੋ ਜਾਂਦੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੰਗਤ ਦੇ ਮਿਲਾਪ ਨਾਲ ਉਧਾਰ ਹੋ ਜਾਂਦਾ ਹੈ, ਜੀਵਨ ਵਿੱਚ ਖੁਸ਼ਹਾਲੀ ਆ ਜਾਂਦੀ ਹੈ, ਜੀਵਨ ਵਿੱਚ ਖੇੜਾ ਪ੍ਰਾਪਤ ਹੁੰਦਾ ਹੈ, ਮੁਰਝਾਇਆ ਹੋਇਆ ਜੀਵਨ ਮੌਲ ਪੈਂਦਾ ਹੈ, ਲਹਿਰਾਉਣ ਲੱਗ ਜਾਂਦਾ ਹੈ। ਪਰ ਬਸ਼ਰਤੇ ਕਿ ਉਸ ਗੋਪਾਲ ਸਗਲੀ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਪਰਮਾਤਮਾ ਦਾ ਨਾਮ ਭਜੋ। ਮਹਾਰਾਜ ਕਹਿੰਦੇ ਜਪੋ ਸਿਮਰੋ, ਕਿਉਂਕਿ ਇਸ ਸੰਸਾਰ ਤੇ ਮਨੁੱਖ ਦਾ ਸਭ ਤੋਂ ਸ੍ਰੇਸ਼ਟ ਕਰਮ ਹੈ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਹੀ ਨਾਲ। ਪਾਤਸ਼ਾਹ ਜੀ ਕਹਿੰਦੇ ਹੈ ਨਿਰਗੁਣ ਇਆਨੀ ਮਤ ਵਾਲੇ ਜੀਵ, ਸੋ ਪ੍ਰਭ ਸਦਾ ਸੰਭਾਲ, ਉਸ ਪਰਮਾਤਮਾ ਦੀ ਯਾਦ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾ। ਕਿਸ ਪਰਮਾਤਮਾ ਦੀ? ਤਾਂ ਮਹਾਰਾਜ ਕਹਿੰਦੇ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਹੀ ਨਾਲ। ਜਿਸ ਨੇ ਤੈਨੂੰ ਸਿਰਜਿਆ ਹੈ, ਜਿਸ ਨੇ ਤੈਨੂੰ ਸਵਾਰਿਆ ਹੈ, ਜਿਸ ਨੇ ਤੈਨੂੰ ਮਨੁੱਖ ਹੋਣ ਦਾ ਮਾਣ ਬਖਸ਼ਿਆ ਏ, ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਹੀ ਨਾਲ। ਉਹ ਪਰਮਾਤਮਾ ਦੀ ਯਾਦ ਜੇ ਤੇਰੇ ਹਿਰਦੇ ਵਿੱਚ ਵਸ ਜਾਵੇ ਤਾਂ ਉਹ ਪਰਮਾਤਮਾ ਤੇਰੇ ਨਾਲ, ਤੇਰੀ ਜੀਵ ਆਤਮਾ ਦਾ ਸਹਾਈ ਹੋ ਕੇ ਨਿਭੇਗਾ। ਕਿਉਂਕਿ ਸਾਧ ਸੰਗਤ ਮਹਾਰਾਜ ਗੁਰੂ ਅਰਜਨ ਸਾਹਿਬ ਕਿਰਪਾ ਕਰ ਰਹੇ ਨੇ ਕਿ ਮਨੁੱਖ ਦੀ ਮੱਤ ਇਆਨਿਆਂ ਵਾਲੀ ਹੈ, ਨਿਰਗੁਣਿਆਰ ਇਆਨਿਆ। ਮਨੁੱਖ ਦੀ ਸਮਝ ਵੱਡੀ ਨਹੀਂ, ਸਰੀਰ ਵੱਡਾ ਹੋ ਗਿਆ। ਬਚਪਨ ਵਿੱਚ ਵੀ ਮਨੁੱਖ ਆਪਣੇ ਖੇਡਣ ਵਾਸਤੇ ਖਿਡੌਣਿਆਂ ਦਾ ਪ੍ਰਬੰਧ ਕਰਦਾ ਹੈ, ਮੰਗ ਕਰਦਾ ਹੈ। ਸਰੀਰ ਵੱਡਾ ਹੋ ਜਾਂਦਾ ਹੈ, ਸਰੀਰ ਦੇ ਵੱਡੇ ਹੋ ਜਾਣ ਨਾਲ ਵੱਡੇ ਖਿਡੌਣਿਆਂ ਦੀ ਮੰਗ ਕਰਦਾ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਜਿਵੇਂ ਸਰੀਰ ਵੱਡਾ ਹੁੰਦਾ ਉਵੇਂ ਸੋਚ ਵੀ ਵੱਡੀ ਹੋਣੀ ਚਾਹੀਦੀ ਹੈ। ਜੇ ਸੋਚ ਵੱਡੀ ਹੋ ਜਾਵੇ ਤਾਂ ਮਨੁੱਖ ਨੂੰ ਆਪਣੀ ਜੀਵਨ ਵਿੱਚ ਇਹ ਸਮਝ ਆ ਸਕਦੀ ਹੈ ਕਿ ਮੈਂ ਮਾਲਕ ਕੋਲੋਂ ਮੰਗਣਾ ਕੀ ਹੈ। ਮਾਲਕ ਕੋਲੋਂ ਮਾਲਕ ਦੀ ਯਾਦ ਮੰਗਣੀ ਹੈ, ਉਸ ਦੇ ਦੀਦਾਰ ਮੰਗਣੇ ਨੇ। ਤੇ ਇਹ ਸਮਝ ਇਕੱਲਿਆਂ ਨਹੀਂ ਆਉਂਦੀ, ਇਹ ਸਮਝ ਤਾਂ ਸੰਗਤ ਦੀ ਬਰਕਤ ਵਿੱਚ ਆ ਕੇ ਆਉਂਦੀ ਹੈ। ਘਰ ਬੈਠੇ ਬੰਦੇ ਨੂੰ ਥੋੜ੍ਹੀ ਜਿਹੀ ਬੰਦਗੀ ਕਰਕੇ ਮਾਣ ਹੋ ਜਾਂਦਾ ਹੈ ਵੀ ਮੈਂ ਅੱਜ ਇੰਨਾ ਕੁਝ ਕਰ ਲਿਆ। ਪਰ ਜਦੋਂ ਮਨੁੱਖ ਸੰਗਤ ਵਿੱਚ ਆਉਂਦਾ ਹੈ ਤਾਂ ਮਨੁੱਖ ਦਾ ਮਾਣ ਟੁੱਟਦਾ ਹੈ। ਇੱਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਅੱਗੇ ਆਪਣੇ ਤੋਂ ਵੱਧ ਕੇ ਬੰਦਗੀ ਕਰਨ ਵਾਲੇ, ਸੇਵਾ ਕਰਨ ਵਾਲੇ, ਪੁੰਨ ਦਾਨ ਕਰਨ ਵਾਲਿਆਂ ਦੇ ਜਦੋਂ ਦਰਸ਼ਨ ਹੁੰਦੇ ਹਨ ਤਾਂ ਉਦੋਂ ਅਹਿਸਾਸ ਹੁੰਦਾ ਹੈ ਕਿ ਅਜੇ ਮੈਂ ਤਾਂ ਬਹੁਤ ਪਿੱਛੇ, ਅਜੇ ਬਹੁਤ ਲੋੜ ਹੈ। ਤਿੰਨਾਂ ਦੇਖ ਮਨ ਚਾਓ ਉਠੰਦਾ, ਈਰਖਾ ਨਹੀਂ ਆਉਂਦੀ ਵੀ ਇਹ ਅੱਗੇ ਕਿਉਂ ਵੱਧ ਗਏ। ਦੁਨਿਆਵੀ ਪੱਧਰ ਤੇ ਧਨ ਨੂੰ ਦੇਖ ਕੇ, ਕਿਸੇ ਨੂੰ ਅੱਗੇ ਵੱਧਦਿਆਂ ਦੇਖ ਕੇ ਮਨ ਵਿੱਚ ਈਰਖਾ ਆਉਂਦੀ ਹੈ ਵੀ ਇਹਦੀ ਥਾਂ ਤੇ ਮੈਂ ਹੁੰਦਾ। ਸੰਗਤ ਵਿੱਚ ਆ ਕੇ ਮਨੁੱਖ ਦੇ ਮਨ ਵਿੱਚ ਇੱਕ ਚਾਅ ਪੈਦਾ ਹੁੰਦਾ ਹੈ, ਇੱਕ ਰੀਝ ਬਣਦੀ ਹੈ, ਕਿ ਇੱਛਾ ਪ੍ਰਗਟ ਹੁੰਦੀ ਹੈ ਕਿ ਕਿਤੇ ਇਹਨਾਂ ਵਰਗਾ ਜੀਵਨ ਮੇਰੀ ਝੋਲੀ ਵਿੱਚ ਵੀ ਪੈ ਜਾਵੇ। ਤੇ ਫਿਰ ਬੇਨਤੀਆਂ ਕਰਦਾ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ,
ਕਿੰਨੀ ਗੁਣੀ। ਫਿਰ ਉਹਨਾਂ ਸਤ ਸੰਗੀਆਂ ਨੂੰ ਅਰਦਾਸ ਕਰਕੇ ਬੇਨਤੀ ਕਰਕੇ ਪੁੱਛਦਾ ਹੈ ਜੀਵ ਕਿ ਮੈਨੂੰ ਵੀ ਉਹ ਗੁਣ ਦੱਸੋ ਖਾਂ, ਕਿਹੜਿਆਂ ਗੁਣਾਂ ਦੇ ਨਾਲ ਪਰਮਾਤਮਾ ਦੀ ਖੁਸ਼ੀ ਮਿਲਦੀ ਹੈ। ਸਾਹਿਬ ਸ਼ੇਖ ਫਰੀਦ ਜੀ ਨੇ ਵੀ ਤਾਂ ਆਪਣੀ ਬਾਣੀ ਵਿੱਚ ਸ਼ਬਦ ਲਿਖੇ ਹੈ ਕਿ ਮੇਰੀ ਉਹ ਭੈਣੋ ਮੈਨੂੰ ਦੱਸੋ ਖਾਂ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਤੇ ਅੱਗੋਂ ਜਵਾਬ ਮਿਲਿਆ, ਨਿਮਣ ਸੋ ਅੱਖਰ ਕਵਣ ਗੁਣ, ਜਿਹਵਾ ਮਣੀਆਂ ਮੰਤ, ਏ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਕਿਉਂਕਿ ਸੰਗਤ ਵਿੱਚੋਂ ਹੀ ਦਾਤ ਮਿਲਣੀ ਹੈ। ਮਹਾਰਾਜ ਜੀ ਕਹਿੰਦੇ ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲ ਕਾਲ। ਆਨ ਤੋਂ ਅਰਥ ਹੈ ਹੋਰ, ਸੰਜਮ ਕੋਈ ਤਰੀਕਾ ਕੋਈ ਜੁਗਤ ਨਹੀਂ ਦਿਸਦੀ, ਸਮਝ ਨਹੀਂ ਪੈਂਦੀ, ਜਿਸ ਦੇ ਨਾਲ ਕਲਯੁਗ ਦੇ ਸਮੇਂ ਵਿੱਚ ਕਾਲ ਦੀ ਫਾਹੀ ਜਿਹੜੀ ਗਲ ਵਿੱਚ ਪਈ ਹੋਈ ਹੈ ਉਹਨੂੰ ਉਤਾਰਿਆ ਜਾ ਸਕੇ, ਕੱਟਿਆ ਜਾ ਸਕੇ। ਇੱਕ ਸੰਗਤ ਹੀ ਹੈ ਗੁਰੂ ਦੀ ਜਿਹਦੇ ਵਿੱਚੋਂ ਇਹ ਜੁਗਤ ਪ੍ਰਾਪਤ ਹੁੰਦੀ ਹੈ ਕਿ ਜਮਾਂ ਦੀ ਫਾਹੀ ਮਨੁੱਖ ਕੱਟ ਸਕੇ। ਸਾਹਿਬ ਭਗਤ ਕਬੀਰ ਜੀ ਲਿਖਦੇ, ਮਨ ਮੇਰੋ ਗਜ ਜਿਹਵਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਸੀ। ਸੰਗਤ ਵਿੱਚੋਂ ਇਹ ਬਰਕਤ ਮਿਲੀ ਹੈ ਕਿ ਮੈਂ ਆਪਣੇ ਮਨ ਨੂੰ ਗਜ ਬਣਾਇਆ। ਮਿਣਤੀ ਕਰੀ ਦੀ ਹੈ ਜਦੋਂ ਵੀ ਕਿਸੇ ਰੱਸੀ ਦੀ, ਕਿਸੇ ਕੱਪੜੇ ਦੀ। ਮਨ ਮੇਰੋ ਗਜ ਜਿਹਵਾ ਮੇਰੀ ਕਾਤੀ, ਤੇ ਜਵਾਨ ਨੂੰ ਮੈਂ ਆਪਣੇ ਨੂੰ ਕੈਂਚੀ ਬਣਾਇਆ ਹੈ। ਮਪ ਮਪ ਕਾਟੋਂ ਜਮ ਕੀ ਫਾਸੀ, ਮਿਣ ਮਿਣ ਕੇ ਮੈਂ ਜਮਾਂ ਦੀ ਫਾਹੀ ਕੱਟ ਲਈ ਹੈ। ਕਿਉਂ? ਕਿਉਂਕਿ ਪਰਮਾਤਮਾ ਦੇ ਨਾਮ ਸਿਮਰਨ ਦੀ ਸੋਝੀ ਸੰਗਤ ਵਿੱਚੋਂ ਮਿਲੀ ਹੈ, ਜਿਸ ਕਰਕੇ ਮੈਂ ਜਮਾਂ ਦੀ ਫਾਹੀ ਤੋਂ ਮੁਕਤ ਹੋ ਗਿਆ। ਕਿਉਂਕਿ ਸੰਗਤ ਵਿੱਚ ਰੱਬ ਦੇ ਪਿਆਰੇ ਆਉਂਦੇ ਆ। ਤਾਂ ਉਹਨਾਂ ਨੇ ਸ਼ਬਦ ਲਿਖਿਆ, ਉਹ ਕਹਿੰਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹ ਮਿਲਿਆ, ਤਿਨ ਲੀਆ ਅੰਚਲ ਲਾਏ। ਸਤ ਸੰਗਤ ਵਿੱਚੋਂ, ਰੱਬ ਦੇ ਪਿਆਰਿਆਂ ਦੇ ਸਾਥ ਵਿੱਚੋਂ ਗੁਰੂ ਦੀ ਚਰਨੀ ਲੱਗਣ ਦੀ ਦਾਤ ਪ੍ਰਾਪਤ ਹੋਈ। ਐਸੇ ਸਾਧੂ ਗੁਰੂ ਦੀ ਸੰਗਤ ਵਿੱਚ ਜੁੜ ਕੇ ਹੁਣ ਮੈਂ ਨਿਸ਼ਚਿੰਤ ਹੋ ਗਿਆ। ਹੁਣ ਜਮ ਮੇਰੀ ਗਲ ਵਿੱਚ, ਜਮ ਮੇਰੇ ਗਲ ਵਿੱਚ ਫਾਹੀ ਨਹੀਂ ਪਾਉਣਗੇ। ਉਹਨਾਂ ਨੇ ਬੜੇ ਮਾਣ ਨਾਲ ਇਹ ਸ਼ਬਦ ਲਿਖਿਆ। ਉਹ ਕਹਿੰਦੇ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਕਿੰਨੇ ਪਿਆਰੇ ਬੋਲਨੇ, ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ। ਕਹਿੰਦੇ ਹੁਣ ਮੈਨੂੰ ਇਹ ਬਹੁਤ ਭਰੋਸਾ ਵੱਧ ਗਿਆ, ਪੂਰਨ ਵਿਸ਼ਵਾਸ ਹੋ ਗਿਆ, ਗੁਰੂ ਤੇ ਮਾਣ ਹੈ ਕਿ ਹੁਣ ਜਮ ਮੇਰਾ ਨਿਰਾਦਰ ਨਹੀਂ ਕਰਨਗੇ। ਦੁਨੀਆ ਵਿੱਚ ਜੇ ਭਾਵੇਂ ਬੰਦੇ ਦਾ ਮਾਣ ਸਨਮਾਨ ਹੋਵੇ, ਪਰ ਜਮ ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਪਰ ਕਬੀਰ ਸਾਹਿਬ ਕਹਿੰਦੇ ਮੈਨੂੰ ਡਰ ਨਹੀਂ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਕਹਿੰਦੇ ਜਿਸ ਅਕਾਲ ਪੁਰਖ ਨੇ ਇਹ ਜਮ ਬਣਾਏ ਆ ਨਾ, ਮੈਂ ਤਾਂ ਉਹਨੂੰ ਜਪ ਜਪ ਕੇ ਉਹਦੇ ਨਾਲ ਰਿਸ਼ਤਾ ਜੋੜ ਲਿਆ। ਦਫ਼ਤਰ ਦੇ ਆਫਿਸ ਦੇ ਅੰਦਰ ਬੈਠਾ ਅਫਸਰ ਰਿਸ਼ਤੇਦਾਰ ਹੋਵੇ ਤੇ ਗੇਟ ਤੇ ਖੜਾ ਜਿਹੜਾ ਗੇਟਕੀਪਰ ਹੁੰਦਾ ਉਹ ਤੋਂ ਡਰ ਨਹੀਂ ਲੱਗਦਾ। ਉਹਨੂੰ ਪਤਾ ਹੈ ਵੀ ਇਹ ਰੋਕੇਗਾ ਵੀ ਤਾਂ ਅੰਦਰੋਂ ਆਵਾਜ਼ ਆ ਜਾਣੀ ਵੀ ਲੰਘ ਲੈਣ ਦੇ, ਮੇਰਾ ਰਿਸ਼ਤੇਦਾਰ, ਮੇਰਾ ਮਿੱਤਰ ਹੈ, ਮੇਰਾ ਦੋਸਤ ਹੈ। ਕਹਿੰਦੇ ਪਰਮਾਤਮਾ ਦੇ ਜਮਾਂ ਤੋਂ ਕਿਉਂ ਡਰੀਏ? ਕਿਉਂਕਿ ਹੁਣ ਤੇ ਸਾਂਝ ਹੀ ਪਰਮਾਤਮਾ ਨਾਲ ਬਣ ਗਈ। ਪਰ ਬਣੀ ਕਿਵੇਂ? ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਉਸ ਪਰਮਾਤਮਾ ਨੂੰ ਸਿਮਰਿਆ ਹੈ। ਮਾਲਕ ਜੀ ਕਹਿੰਦੇ ਸਾਧ ਸੰਗ ਭਜੋ ਗੋਪਾਲ। ਸਤ ਸੰਗਤ ਵਿੱਚ ਗੁਰੂ ਪਿਆਰਿਆਂ ਨਾਲ ਜੁੜ ਕੇ ਰੱਬ ਦਾ ਨਾਮ ਜਪੀਏ। ਆਨ ਸੰਜਮ ਕਿਛ ਨਾ ਸੂਝੈ। ਹੋਰ ਕੋਈ ਯਤਨ ਨਹੀਂ ਹੈ। ਇਹ ਯਤਨ ਕਾਟ ਕਲ ਕਾਲ। ਇਸ ਯਤਨ, ਇਸ ਤਰੀਕੇ ਨਾਲ ਕਲਯੁਗ ਦੇ ਸਮੇਂ ਵਿੱਚ ਜਿਹੜੀ ਕਾਲ ਦੀ ਫਾਹੀ ਹੈ ਗਲ ਵਿੱਚ ਪਈ ਹੈ, ਉਹਨੂੰ ਕੱਟਿਆ ਜਾ ਸਕਦਾ ਹੈ। ਆਰੰਭ ਵਿੱਚ ਮਹਾਰਾਜ ਕਿਰਪਾ ਕਰਦੇ, ਦੀਨ ਦਰਦ ਨਿਵਾਰ ਠਾਕੁਰ,
ਰਾਖੈ ਜਨ ਕੀ ਆਪ। ਮਾਲਕ ਦਾ ਬਿਰਧ ਦੀਨ ਦਰਦ ਹੈ, ਉਹ ਪਤਿਤ ਪਾਵਨ ਹੈ, ਉਹ ਭਗਤ ਵਸ਼ਲ ਹੈ। ਦੀਨ ਤੋਂ ਭਾਵ ਹੈ ਜਿਹੜਾ ਮਨੁੱਖ ਜਮਾਂ ਦੀ ਮਾਰ ਤੋਂ ਭੈ ਭੀਤ ਹੈ ਤੇ ਮੁਕਤੀ ਦਾ ਇੱਛੁਕ ਹੈ, ਆਪਣੇ ਅੰਦਰ ਦੀ ਵੇਦਨਾ ਗੁਰੂ ਕੋਲ ਲੈ ਕੇ ਆਉਂਦਾ ਹੈ। ਗਰੀਬ ਤੇ ਦੀਨ ਵਿੱਚ ਫਰਕ ਹੁੰਦਾ ਹੈ। ਗਰੀਬ ਆਰਥਿਕ ਪੱਧਰ ਤੇ ਕਮਜ਼ੋਰ ਮਨੁੱਖ ਨੂੰ ਕਿਹਾ ਜਾਂਦਾ ਜਿਹਦੇ ਕੋਲੇ ਦੁਨਿਆਵੀ ਸਹੂਲਤਾਂ ਦੀ ਕਮੀ ਹੋਵੇ। ਗਰੀਬ ਦੀਨ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਗਰੀਬ ਹੈ ਬੰਦਾ ਆਰਥਿਕ ਤੌਰ ਤੇ, ਪਰ ਉਹਦੇ 'ਚ ਧਾਰਮਿਕ ਰੁਚੀ ਹੋਵੇ ਤੇ ਉਹ ਗੱਲ ਕਹਿ ਸਕੇ ਹਮ ਸਰ ਦੀਨ ਦਇਆਲ ਨਾ ਤੁਮ ਸਰ ਆਪਤ ਯਾਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹਉ ਵੱਲ ਵੱਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ। ਬਹੁਤ ਜਨਮ ਵਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਸੰਸਾਰੀ ਪੱਧਰ ਤੇ ਗਰੀਬ ਆ ਉਹਦੇ ਅੰਦਰ ਇਹ ਦੀਨ ਭਾਵਨਾ ਇਹ ਇੱਛਾ ਜਾਗ ਪਈ ਹੋਵੇ ਵੀ ਮੈਂ ਜਮਾਂ ਦੀ ਮਾਰ ਤੋਂ ਬਚਣਾ ਹੈ ਔਰ ਮੁਕਤੀ ਦੀ ਦਾਤ ਪ੍ਰਾਪਤ ਕਰਨੀ ਹੈ। ਮੈਂ ਬੜਾ ਅਵਗੁਣਿਆਰਾ ਭੁੱਲਣਹਾਰ ਹਾਂ ਗੁਰੂ ਬਖਸ਼ੰਦ। ਜ਼ਰੂਰੀ ਨਹੀਂ ਹੈ ਕਿ ਆਰਥਿਕ ਪੱਧਰ ਤੇ ਕਮਜ਼ੋਰ ਬੰਦਾ ਕਵੇ ਕਿ ਮੈਂ ਅਵਗੁਣਹਾਰ ਹਾਂ, ਉਹ ਵੀ ਆਪਣੇ ਆਪ ਨੂੰ ਸਿਆਣੇ ਹੋਣ ਦਾ ਭਰਮ ਪਾਲੀ ਬੈਠਾ ਹੈ। ਆਰਥਿਕ ਪੱਧਰ ਤੇ ਮਜ਼ਬੂਤ ਇਨਸਾਨ ਜਿਹੜਾ ਹੈ ਜ਼ਰੂਰੀ ਨਹੀਂ ਹੈ ਕਿ ਉਹ ਦੀਨ ਹੋ ਸਕੇ। ਇਹ ਤੇ ਮਨ ਦੀ ਅਵਸਥਾ ਹੈ। ਦੀਨ ਭਾਵਨਾ ਕਿਸੇ ਵਿੱਚ ਵੀ ਪੈਦਾ ਹੋ ਸਕਦੀ ਵਿੱਚ ਵੀ ਹੋ ਸਕਦੀ ਹੈ, ਅਮੀਰ ਵਿੱਚ ਵੀ ਹੋ ਸਕਦੀ ਹੈ, ਪੜ੍ਹੇ ਵਿੱਚ ਵੀ ਪੜ੍ਹ ਵਿੱਚ ਵੀ ਹੋ ਸਕਦੀ ਹੈ, ਔਰਤ ਵਿੱਚ ਵੀ ਹੋ ਸਕਦੀ ਹੈ, ਮਰਦ ਵਿੱਚ ਵੀ, ਬੱਚੇ ਵਿੱਚ ਵੀ, ਬਜ਼ੁਰਗ ਵਿੱਚ ਵੀ। ਕਿਸੇ ਵੀ ਅਵਸਥਾ ਕਿਸੇ ਵੀ ਹਾਲਤ ਵਿੱਚ ਜਦੋਂ ਦੀਨ ਭਾਵਨਾ ਆ ਜਾਵੇ ਤੇ ਦੀਨਾਂ ਦੇ ਦਰਦ ਨਿਵਾਰ ਦਿੰਦਾ ਹੈ ਠਾਕੁਰ। ਮਾਲਕ ਰਾਖੈ ਜਨ ਕੀ ਆਪ। ਆਪਣੇ ਜਨ ਦੀ, ਆਪਣੇ ਸੇਵਕਾਂ ਦੀ, ਆਪਣੇ ਦਾਸਰਿਆਂ ਦੀ ਆਪ ਗੁਰੂ ਪਤ ਰੱਖਦਾ ਹੈ। ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਆਪਾਂ ਇੰਨੇ ਸਮਰੱਥ ਨਹੀਂ ਹੈ ਕਿ ਆਪਣੀ ਪਤ ਢੱਕ ਸਕੀਏ। ਇੱਜ਼ਤ ਤੇ ਵਾਹਿਗੁਰੂ ਹੀ ਬਖਸ਼ੇ ਤੇ ਬਰਕਰਾਰ ਰਹਿੰਦੀ ਹੈ। ਦੁਨੀਆ 'ਚ ਅਸੀਂ ਬਹੁਤ ਕੁਝ ਕਰ ਲਵਾਂਗੇ, ਹੱਥ ਪੈਰ ਮਾਰ ਲਵਾਂਗੇ, ਪਰ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ। ਉੱਥੇ ਤੇ ਫਿਰ ਪਰਮੇਸ਼ਰ ਹੀ ਪਤ ਰੱਖੇ ਤਾਂ ਹੀ ਰਹਿੰਦੀ ਹੈ। ਜਿਸ ਪਤ ਰੱਖੇ ਸੱਚਾ ਸਾਹਿਬ, ਜਿਹਦੀ ਸੱਚਾ ਸਾਹਿਬ ਪਤ ਰੱਖੇ ਮੇਟ ਨਾ ਸਕੈ ਕੋਈ। ਉਹਦੀ ਇੱਜ਼ਤ ਉਹਦੀ ਪਤ ਨੂੰ ਕੋਈ ਮੇਟ ਨਹੀਂ ਸਕਦਾ, ਘਟਾ ਨਹੀਂ ਸਕਦਾ। ਤਰਨ ਤਾਰਨ ਹਰ ਨਿਧ ਦੁਖ ਨ ਸਕੈ ਬਿਆਪ। ਤਰਨ ਤਾਰਨ ਸੰਸਾਰ ਨੂੰ ਗੁਰਬਾਣੀ ਨੇ ਇੱਕ ਸਮੁੰਦਰ ਮੰਨਿਆ ਹੈ। ਤੁਹਾਨੂੰ ਸਮੁੰਦਰ ਦੀ ਅਹਿਮੀਅਤ ਸਭ ਨੂੰ ਪਤਾ ਹੈ ਕਿ ਸਮੁੰਦਰ ਕਿੰਨਾ ਵਿਸ਼ਾਲ ਹੈ, ਕਿੰਨਾ ਗਹਿਰਾ ਹੈ। ਸਮੇਂ ਨਾਲ ਲਹਿਰਾਂ ਵੀ ਉੱਠਦੀਆਂ ਨੇ, ਤੂਫਾਨ ਵੀ ਆਉਂਦੇ ਨੇ। ਸਰੀਰ ਸਮਰੱਥ ਨਹੀਂ ਹੈ ਕਿ ਸਮੁੰਦਰ ਨੂੰ ਅਸੀਂ ਪਾਰ ਕਰ ਸਕੀਏ, ਪਰ ਇਸ ਜ਼ਰੂਰਤ ਲਈ ਸਮੁੰਦਰ ਵਿੱਚ ਸਫ਼ਰ ਕਰਨ ਲਈ, ਦੂਸਰੇ ਥਾਂ ਤੇ ਜਾਣ ਲਈ ਸਾਇੰਸ ਨੇ ਸਾਨੂੰ ਸਹੂਲਤ ਦਿੱਤੀ ਹੈ। ਜਹਾਜ਼ ਬਣੇ ਨੇ, ਸ਼ਿਪ ਨੇ, ਉਹਦੇ ਵਿੱਚ ਬੜੀ ਆਸਾਨੀ ਨਾਲ ਆਪਾਂ ਸਫ਼ਰ ਕਰਕੇ ਆਪਣੀ ਮੰਜ਼ਿਲ ਤੇ ਜਾ ਸਕਦੇ ਹਾਂ। ਗੁਰਬਾਣੀ ਨੇ ਆਖਿਆ ਇਹ ਵੀ ਸੰਸਾਰ ਸਮੁੰਦਰ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੇਟਲਾ। ਬਾਣੀ ਕਹਿੰਦੀ ਸੰਸਾਰ ਸਮੁੰਦਰ ਹੈ, ਇਹਦੇ ਤੋਂ ਅਸੀਂ ਨਹੀਂ ਤਰ ਸਕਦੇ। ਇਹਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁੱਬਦਾ ਜਾ ਰਿਹਾ ਹੈ ਸਾਡਾ ਆਤਮਿਕ ਜੀਵਨ, ਦਿਨੋਂ ਦਿਨ ਨਿਘਾਰ ਆ ਰਿਹਾ ਹੈ। ਪਰ ਕਿੰਨੇ ਚੰਗੇ ਭਾਗ ਨੇ ਕਿ ਵਾਹਿਗੁਰੂ ਨਾਮ ਜਹਾਜ਼ ਹੈ। ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨੇ ਕਿਰਪਾ ਕੀਤੀ, ਨਾਮ ਦਾ ਜਹਾਜ਼ ਬਣਾਇਆ। ਗੁਰੂ ਉਸ ਜਹਾਜ਼ ਦਾ ਮਲਾਹ ਹੈ। ਗੁਰ ਜਹਾਜ਼ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ। ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ। ਗੁਰੂ ਜਹਾਜ਼ ਹੈ, ਗੁਰੂ ਮਲਾਹ ਹੈ। ਤੇ ਨਾਲ ਹੀ ਭੱਟ ਸਾਹਿਬਾਨਾਂ ਨੇ ਆਖਿਆ ਗੁਰ ਬਿਨ ਤਰਿਆ ਨਾ ਕੋਈ। ਗੁਰੂ ਤੋਂ ਬਿਨਾਂ ਕੋਈ ਤਰ ਵੀ ਨਹੀਂ ਸਕਦਾ। ਤਰਨ ਤਾਰਨ ਹਰ ਨਿਧ
ਮਾਲਕ ਹੀ ਉਹ ਜੁਗਤ ਹੈ, ਗੁਰੂ ਹੀ ਉਹ ਜੁਗਤ ਹੈ ਜਿਹੜੀ ਜੁਗਤ ਨਾਲ ਸੰਸਾਰ ਵਿੱਚ ਡੁੱਬਦੇ ਵਿਕਾਰਾਂ ਵਿੱਚ ਗੋਤੇ ਖਾਂਦੇ ਹੋਏ ਜੀਵ ਨੂੰ ਬਾਂਹ ਫੜ ਕੇ ਸਤਿਗੁਰ ਨਿਸਤਾਰ ਲੈਂਦੇ। ਬਾਹਾਂ ਪਕੜ ਸਤਿਗੁਰ ਨਿਸਤਾਰਾ, ਗੁਰੂ ਮਹਾਰਾਜ ਜੀ ਡੁੱਬਣ ਨਹੀਂ ਦਿੰਦੇ। ਦੁੱਖ ਨਾ ਸਕੈ ਬਿਆਪ, ਜਿਹੜਾ ਸਾਧ ਸੰਗਤ ਵਿੱਚ ਗੋਪਾਲ ਨੂੰ ਸਿਮਰਦਾ ਹੈ, ਦੀਨ ਬਣ ਕੇ ਆਪਣੇ ਦਰਦ ਗੁਰੂ ਅੱਗੇ ਰੱਖਦਾ ਹੈ, ਗੁਰੂ ਉਸ ਨੂੰ ਤਾਰਦੇ ਹੈ ਤੇ ਦੁੱਖ ਨਾ ਸਕੈ ਬਿਆਪ। ਦੁਨੀਆ ਦੇ ਜਿਹੜੇ ਸੰਸਾਰੀ ਦੁੱਖ ਨੇ ਅਤੇ ਪਰਲੋਕ ਵਿੱਚ ਜਿਹੜਾ ਜਮਾਂ ਦੀ ਮਾਰ ਦਾ, ਨਰਕਾਂ ਦਾ ਦੁੱਖ ਹੈ, ਉਹ ਦੁੱਖ ਮਨੁੱਖ ਨੂੰ ਫਿਰ ਵਿਆਪਦੇ ਨਹੀਂ। ਵਾਹਿਗੁਰੂ ਉਹਨਾਂ ਦੁੱਖਾਂ ਤੋਂ ਮੁਕਤ ਕਰ ਦਿੰਦੇ ਨੇ। ਰਹਾਉ ਤੋਂ ਅੱਗੇ ਮਹਾਰਾਜ ਜੀ ਕਿਰਪਾ ਕਰਦੇ, ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ। ਕਹਿੰਦੇ ਵੇਖੋ ਸੰਸਾਰ ਦੇ ਰਿਸ਼ਤੇ ਸਮੇਂ ਨਾਲ ਪੁਰਾਣੇ ਹੋ ਜਾਂਦੇ ਆ, ਖਤਮ ਹੋ ਜਾਂਦੇ ਆ। ਬੱਚੇ ਆ ਜਦੋਂ ਆਪਾਂ, ਉਦੋਂ ਮਾਪਿਆਂ ਦਾ ਰਿਸ਼ਤਾ ਕਿੰਨਾ ਪਿਆਰਾ ਹੁੰਦਾ, ਪਰ ਸਦਾ ਨਾਲ ਨਹੀਂ ਨਿਭਦਾ। ਬਾਣੀ ਕਹਿੰਦੀ ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਾਣੇ ਉਹੇ ਤੈ ਪਾਸੋਂ ਹੋਏ ਲੱਦ ਗਏ, ਤੂੰ ਅਜੇ ਨਾ ਪਤੀਣ ਉਹੇ। ਫਿਰ ਪੜ੍ਹਾਈ ਕਰਦੇ ਵਕਤ ਦੋਸਤ ਬਣਦੇ ਐ, ਮਿੱਤਰ ਬਣਦੇ ਆ, ਬੜਾ ਪਿਆਰਾ ਰਿਸ਼ਤਾ ਹੁੰਦਾ, ਪਰ ਸਾਰੀ ਉਮਰ ਨਹੀਂ ਨਿਭਦਾ। ਆਪਣੀ ਰੋਜੀ ਰੋਟੀ ਦੇ ਹਿਸਾਬ ਨਾਲ ਕੋਈ ਕਿਸੇ ਪਾਸੇ ਤੁਰ ਜਾਂਦਾ, ਕੋਈ ਕਿਸੇ ਪਾਸੇ। ਕਈ ਵਾਰੀ ਭਰ ਜ਼ਿੰਦਗੀ ਦੁਬਾਰਾ ਮਿਲਾਪ ਵੀ ਨਹੀਂ ਹੁੰਦਾ। ਜੀਵਨ ਸਾਥੀ ਦਾ ਰਿਸ਼ਤਾ ਹੈ, ਉਹ ਵੀ ਸਦਾ ਨਾਲ ਨਹੀਂ ਨਿਭਦਾ। ਬੱਚਿਆਂ ਨਾਲ ਮਾਪੇ ਬਣ ਕੇ ਨਹੀਂ ਨਿਭਿਆ ਜਾਂਦਾ। ਆਪਾਂ ਦਾਅਵਾ ਨਹੀਂ ਕਰ ਸਕਦੇ ਵੀ ਆਹ ਸੰਸਾਰੀ ਰਿਸ਼ਤਾ, ਆਹ ਸੰਸਾਰੀ ਸਹਾਰਾ ਅੰਤ ਤੱਕ ਮੇਰੇ ਨਾਲ ਨਿਭੇਗਾ। ਇਹ ਤਾਂ ਆਪਾਂ ਵੈਸੇ ਜਿਹੜੀ ਕੁਦਰਤ ਦੇ ਨਿਯਮ ਦੀ ਗੱਲ ਕੀਤੀ ਹੈ ਵੀ ਸਾਰੇ ਰਿਸ਼ਤੇ ਨਹੀਂ ਨਿਭਦੇ। ਜੇ ਅਸੀਂ ਦੁਨੀਆ ਦੀ ਸੋਚ ਦੀ ਗੱਲ ਕਰੀਏ ਤਾਂ ਬੜਾ ਦੁਖਾਂਤ ਸੰਸਾਰ ਵਿੱਚ ਵਾਪਰ ਰਿਹਾ ਹੈ। ਕਿਤੇ ਤਾਂ ਮਾਪੇ ਛੱਡ ਗਏ ਤੇ ਬੱਚੇ ਰੁਲਦੇ ਫਿਰਦੇ ਆ, ਤੇ ਕਿਤੇ ਬੱਚੇ ਛੱਡ ਜਾਂਦੇ ਤੇ ਮਾਪੇ ਰੁਲਦੇ ਫਿਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ, ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਈ। ਜਦੋਂ ਜਨਮ ਹੋਇਆ ਸੀ ਜਿਹੋ ਜਿਹਾ ਰਿਸ਼ਤਾ ਉਸ ਵੇਲੇ ਮਾਲਕ ਦਾ ਸਾਡੇ ਨਾਲ ਸੀ, ਜਦੋਂ ਸਾਡਾ ਅੰਤ ਹੋਵੇਗਾ ਉਦੋਂ ਵੀ ਮਾਲਕ ਦਾ ਰਿਸ਼ਤਾ ਉਹੋ ਜਿਹਾ ਹੀ ਹੋਵੇਗਾ। ਬੱਚਾ ਛੋਟਾ ਹੈ, ਮੰਗ ਕਰਦਾ ਹੈ ਤੇ ਮਾਂ ਕਹਿੰਦੀ ਹੈ ਉਹ ਤੇ 1 ਮਿੰਟ ਵਿੱਚ ਮੈਂ ਤੇਰੇ ਲਈ ਰੋਟੀ ਬਣਾ ਕੇ ਲੈ ਕੇ ਆ ਗਈ, ਕਿਉਂਕਿ ਮਾਂ ਵਿੱਚ ਬਲ ਹੈ। ਉਹੀ ਬੱਚਾ 30-35 ਸਾਲ ਦਾ ਹੋਵੇ, ਮਾਂ 70 ਸਾਲ ਦੀ ਹੋਵੇ ਤੇ ਉਹ ਆਖੇ ਵੀ ਮਾਂ ਮੈਨੂੰ ਰੋਟੀ ਬਣਾ ਕੇ ਦਿਓ, ਕਹਿੰਦੀ ਪੁੱਤ ਹੁਣ ਤੇ ਮੇਰੇ ਤੋਂ ਉੱਠਿਆ ਹੀ ਨਹੀਂ ਜਾਂਦਾ, ਤੂੰ ਆਪ ਹੀ ਖੇਚਲ ਕਰ ਲੈ, ਮੈਂ ਨਹੀਂ ਬਣਾ ਕੇ ਦੇ ਸਕਦੀ। ਕਿਉਂਕਿ ਮਾਂ ਵਿੱਚ ਉਹ ਬਲ ਨਹੀਂ ਰਿਹਾ ਜਿਹੋ ਜਿਹਾ ਪਹਿਲਾਂ ਸੀ। ਉਹ ਉਹੋ ਜਿਹੀ ਮਦਦ ਨਹੀਂ ਕਰ ਪਾਵੇਗੀ ਜਿਹੋ ਜਿਹੀ ਪਹਿਲਾਂ ਕਰਦੇ ਸੀ। ਪਰ ਪ੍ਰਮਾਤਮਾ ਕਿਤੇ ਬਜ਼ੁਰਗ ਥੋੜੀ ਹੋ ਜਾਣਾ, ਨਾ ਉਹ ਬਾਲਾ ਬੁੱਢਾ ਭਾਈ, ਨਾ ਉਹ ਬੱਚਾ, ਨਾ ਉਹ ਬੁੱਢਾ। ਜਿਹੋ ਜਿਹੀ ਮਦਦ ਉਹਨੇ ਸਾਡੇ ਜਨਮ ਵੇਲੇ ਸਾਡੀ ਕੀਤੀ ਹੈ, ਉਹੋ ਜਿਹੀ ਮਦਦ ਹੀ ਉਹਨੇ ਸਾਡੀ ਅੰਤ ਵੇਲੇ ਕਰਨੀ ਹੈ, ਕਿਉਂਕਿ ਉਹ ਸਦਾ ਸਲਾਮਤ ਹੈ। ਮਹਾਰਾਜ ਕਹਿੰਦੇ ਤਿਸ ਬਿਨਾ ਨਹੀਂ ਕੋਏ। ਤੇ ਯਕੀਨ ਰੱਖੀ ਅਕਾਲ ਪੁਰਖ ਇੱਕ ਹੀ ਹੈ ਜਿਹੜਾ ਤੇਰਾ ਸਹਾਈ ਹੋਵੇਗਾ। ਕਿਤੇ ਐ ਨਾ ਉਹੋ ਜਿਹੇ ਸਾਧਾਂ ਨਾਲ ਜੁੜ ਜਾਵੀਂ ਜਿਹੜੇ ਫਰਿੱਜ 'ਚ ਬੰਦ ਕਰਕੇ ਰੱਖ ਦਿੱਤੇ ਜਾਣ, ਜਿਨ੍ਹਾਂ ਦਾ ਆਪ ਦਾ ਕੋਈ ਮਦਦਗਾਰ ਨਾ ਹੋਵੇ। ਉਹ ਕਿਸੇ ਦੀ ਮਦਦ ਕੀ ਕਰਕੇ, ਕਿਸੇ ਨੂੰ ਕੀ ਮਦਦ ਦੇਣਗੇ। ਮਹਾਰਾਜ ਕਹਿੰਦੇ ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਸੁਆਮੀ ਨੂੰ ਸਿਮਰਨ ਨਾਲ ਬਹੁਤ ਵੱਡਾ ਜਿਹੜਾ ਦੁੱਖ ਹੈ ਉਹਦੇ ਤੋਂ ਛੁਟਕਾਰਾ ਮਿਲ ਜਾਂਦਾ। ਉਹ ਦੁੱਖ ਹੈ ਜੰਮਣ ਤੇ ਮਰਨ ਦਾ। ਪਰ ਸਾਧ ਸੰਗਤ ਬਿਮਾਰ ਮੰਨੇ ਹੀ ਨਾ ਕਿ ਮੈਂ ਬਿਮਾਰ ਹਾਂ, ਡਾਕਟਰ ਨੂੰ ਆਪਣਾ ਰੋਗ ਦੱਸਣ ਹੀ ਨਾ ਜਾਵੇ, ਤੇ ਘਰ ਬੈਠਿਆਂ ਤੰਦਰੁਸਤੀ ਕਿਵੇਂ ਮਿਲ ਜਾਵੇਗੀ। ਜੇ ਬੰਦਾ ਇਹ ਮੰਨੇ ਕਿ ਮੈਂ ਬਿਮਾਰ ਹਾਂ ਤਾਂ ਫੇਰ ਹੀ ਡਾਕਟਰ ਕੋਲ ਜਾਵੇਗਾ, ਫੇਰ ਹੀ ਡਾਕਟਰ ਨੂੰ ਆਪਣਾ ਰੋਗ ਦੱਸੇਗਾ, ਫੇਰ ਹੀ ਡਾਕਟਰ ਉਹਦਾ ਇਲਾਜ ਕਰੇਗਾ। ਹੁਣ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਵੀ ਸਾਨੂੰ ਵੀ ਇਹ ਜੰਮਣ ਮਰਨ ਦਾ ਰੋਗ ਲੱਗਾ ਹੋਇਆ ਹੈ, ਤੇ ਇਸ ਰੋਗ ਦਾ ਇਲਾਜ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਇਹ ਤੇ ਕੇਵਲ ਗੋਬਿੰਦ ਗੁਰੂ ਕੋਲ ਹੀ ਇਲਾਜ ਹੈ। ਤੇ ਅਸੀਂ ਗੋਬਿੰਦ ਗੁਰੂ ਕੋਲ ਆ ਕੇ ਅਰਦਾਸ ਕਰੀਏ, ਕਹਿਤ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਾਵ ਜਲ ਫੇਰਾ। ਇਸ ਵੇਲੇ ਜਿਹੜੇ ਸ਼ਬਦ ਅਸੀਂ ਕੇਵਲ ਅੰਤਮ ਅਰਦਾਸਾਂ ਤੇ ਕੀਰਤਨ ਕਰਨ ਲਈ ਰਾਖਵੇਂ ਰੱਖ ਲਏ।
उदों बड़ा असी सारे जाने महसूस करते हैं और पढ़ते हैं भी शायद हुण ये शब्द पढ़न नाल देहो सज्जन असीसड़ियाँ ज्यों होवै साहिब स्यों मेल भी हुण असी असीसां देनियां ते इहदा साहिब नाल मेल हो जाना। असल विच बाणी जिउंदे पढ़न वास्ते समझण वास्ते कमाउण वास्ते है। सत संगत विच जो गुरु प्रेरणा दिंदा है ना भी जुड़िए, उत्थे अपने सत संगी भैणां भरावां नूं बेनती करनी है भी मेरी भी अरदास करो गरीब दी देहो सज्जन असीसड़ियाँ ज्यों होवै साहिब स्यों मेल। मेरी भी अरदास करो मेरा भी मालक नाल जिउंदियां मिलाप हो जाए। ते आप अरदास करनी है कि कहत कबीर सुनो रे संत हो खेत ही करो नबेरा अब की बार बख्श बंदे को बहुर ना भाव जल फेरा। महाराज इस बार मैनू बख्श लियो, मेरा दोबारा फेरा ना होवे, ये मौत मेरी अंतली मौत होवे। पर मौत चेते नहीं आउंदी, मौत चेते करन तो इंसान डरदा है। एक बड़ी अजीब जी घटना का सामना करना पिया। अपने इलाके विच कथा करन वास्ते अंतम अरदास ते गए ते अंतम अरदास ते आपां जो गुरु महाराज मौत की जानकारी दिंदे हो सांझी कीती। इलाके दे एक नामी सज्जन शख्सियत MLA उत्थे आए सन ते उन्होंने भी 2 मिनट बोलना सी। वो जदों बोले तो उन्होंने बड़े अजीब जे लहजे विच कहा, कहंदे ज्ञानी जी बहुतियां गल्लां मौत दियां ना करया करो, मन नूं डर लगदा। वो बोल गए तो उस नगर के ग्रंथी सिंह बड़े सूझवान सन। उन्होंने फिर अखीरले शब्दों में तुकां पढ़ियां, फरीदा गोर निमाणी छड्ड करे नी घरिया घर आओ सर पर मैथ है आवना मरणों ना डरिया हो। कहंदे कबरां दी मिट्टी आवाज़ां मारदी है भी बेघरिया तेरा कोई घर नहीं है, अखीर इत्थे ही आउणा है ते इत्थों डरिया ना कर, मौत नूं याद करिया कर। पर मनुख के मन में एक डर बनया, डरन नाल मौत दूर नहीं चली जाती। कबूतर अखां बंद करदा, बिल्ली दूर नहीं जाती। असल में डर खत्म करना पैंदा है। जदों कोई वाहिगुरू का सिमरन करदा अरदास करदा फिर उहदे मन चों डर खत्म हो जाता। फिर उन्होंने मौत कोई अनहोनी नहीं जापदी। वो कहंदा चिंता ताकी कीजिए जो अनहोनी होए, एहो मार्ग संसार को नानक थिर नहीं कोई। तो संसार का मार्ग है, ये तो होने वाली घटना है, ये जिहड़ी होनी ही है उहदे तो काहदा डर है। महाराज कहंदे हर जप सिमर स्वामी सोए, स्वामी नूं जप सिमर ताकि जन्म मरण का दुख तेरे गल चों लह सके। वेद सिमरत कथै सासत भगत करे विचार, भगती करन वाले भगत धार्मिक वेद सिमरतियाँ शास्त्र। ये सनातन मत के ग्रंथ ने, 4 वेद ने, 27 सिमरतियाँ ने, 6 शास्त्र ने। ये सारे महाराज कहते ये विचार करते मुकत पाई है साध संगत बिन सजाए अंधार, कि मुक्ति साध संगत विचों मिलती है। जीवन के अंदरले हनेरे नूं खत्म साध संग विच ही कीता जा सकता है। चरण कमल आधार जन का रास पूंजी एक। कहते रब के प्यारिਆਂ नूं एक परमात्मा का आसरा हुंदा है ते वो खजाना किहड़ा इकट्ठा करते हैं, परमात्मा के नाम की पूंजी इकट्ठी करते। तान मान दीवान साचा नानक की प्रभ टेक। जिस वाहिगुरू का बख्शिया होया बल, जिस वाहिगुरू की बख्शी हुई इज्जत जे मनुख वास्ते बहुत वड्डी है, तो महाराज का न्याय करने वाला दीवान जिहड़ा है उहदा मान जिहड़ा है उहदा बल तान जिहड़ा है वह सदा ही अमर है। कदे भी वाहिगुरू किसी गल तो कमज़ोर नहीं पैंदा भी पहलां उहदे च ताकत सी ते हुण ये ताकत है नहीं। कदे भी उहदी वडियाई विच कमी नहीं आउंदी कि वाहिगुरू पहलां बड़ा चंगा हुंदा सी हुण चंगा नहीं है। कदे उहदे दीवान दे निजम नहीं बदलते कि पहलां न्याय सही करदा सी हुण सही नहीं करदा, हमेशा ही सच्चा है। नानक की प्रभ टेक ते मेरे दासरे दी ऐसे परमात्मा उपर टेक है, भरोसा है, विश्वास है कि वाहिगुरू जी मेरा संसार विच तुहाडे तो बिना कोई भी नहीं है। किस ही कोई कोई मन निमाणी एक तू क्यों ना मरीजै रोए जां लग चित ना आवे। महाराज मेरा केवल एक आसरा तुसी ही हो ते जिंदगी भर मैं कदे डोल ना जावां,
ਇਹ ਮੇਰੇ ਸਿਰ ਤੇ ਹੱਥ ਰੱਖਿਓ। ਐਸੀ ਕਿਰਪਾ ਮਹਾਰਾਜ ਜੀ ਨੇ ਅੱਜ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਗੁਰ ਸੰਗਤ ਜੀ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਮਾਪਤੀ ਕਰੀਏ ਜੀ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ, ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਾਰ ਨਾਲੇ। ਹਾਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋਵੇ ਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਜਿਸ ਦੀ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ। ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹ ਸੁਖ ਹੁਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਨੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ।